ਗੁਰੂ ਨਿਵਾਜੇ ਸਾਧ ਸੰਗਤ ਜੀਓ, ਆਪ ਜੀ ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਹੋ। ਆਪ ਜੀ ਨੇ ਨਿਤਨੇਮ ਦੀ ਬਾਣੀ ਦੇ ਪਾਠ ਉਪਰੰਤ ਗੁਰਬਾਣੀ ਕੀਰਤਨ ਸਰਵਨ ਕੀਤਾ ਹੈ। ਆਓ ਆਪਣੀਆਂ ਮਨੋਬਿਰਤੀਆਂ ਗੁਰਬਾਣੀ ਦੀ ਵਿਚਾਰਧਾਰਾ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਅਤੇ ਮਨ ਹੀ ਮਨ ਗੁਰੂ ਚਰਨਾਂ ਵਿੱਚ ਬੇਨਤੀ ਕਰੀਏ ਤਾਂ ਜੋ ਸੱਚੇ ਪਾਤਸ਼ਾਹ ਸਾਡੇ ਤੇ ਦਇਆ ਕਰਨ, ਸਾਡਾ ਮਨ ਗੁਰੂ ਸ਼ਬਦ ਨਾਲ ਜੁੜੇ, ਗੁਰੂ ਵਿਚਾਰਾਂ ਨੂੰ ਸਮਝੇ, ਉਹਨਾਂ ਤੇ ਅਮਲ ਕਰੇ ਤਾਂ ਜੋ ਸਾਡਾ ਇਹ ਮਨੁੱਖਾ ਜੀਵਨ ਸਫਲ ਹੋਵੇ। ਅੱਜ ਜੋ ਆਪਾਂ ਵਿਚਾਰ ਸਾਂਝੀ ਕਰਨੀ ਹੈ, ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ, ਉਸ ਦੀ ਅਸ਼ਟਪਦੀ ਨੰਬਰ 23, ਉਸ ਦਾ ਸ਼ਲੋਕ ਆਪਾਂ ਸਮਝਣਾ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 293 ਤੇ ਦਰਜ ਹੈ। ਇਸ ਪਾਵਨ ਸ਼ਬਦ ਜਾਂ ਸ਼ਲੋਕ ਦੇ ਅੰਦਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸਾਡੇ ਜੀਵਨ ਦੇ ਅੰਦਰ ਗੁਰੂ ਦੀ ਮਹੱਤਤਾ ਕੀ ਹੈ, ਗੁਰੂ ਦੀ ਮਹਾਨਤਾ ਕੀ ਹੈ, ਉਸ ਦਾ ਵਰਣਨ ਕਰਦੇ ਨੇ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਦੀ ਸਾਡੇ ਜੀਵਨ ਵਿੱਚ ਕੀ ਜ਼ਰੂਰਤ ਹੈ, ਗੁਰੂ ਦੀ ਕੀ ਮਹਾਨਤਾ ਹੈ, ਉਸ ਦਾ ਵਰਣਨ ਕਰਦਿਆਂ ਆਪਣੀ ਬਾਣੀ ਵਿੱਚ ਸਾਡੇ ਨਾਲ ਇੱਕ ਉਦਾਹਰਨ ਸਾਂਝੀ ਕੀਤੀ ਹੈ। ਉਦਾਹਰਨ ਹੈ ਪਾਣੀ ਅਤੇ ਘੜੇ ਦੀ। ਅਸੀਂ ਸਾਰਿਆਂ ਨੇ ਵੇਖਿਆ ਹੋਵੇਗਾ, ਜਦੋਂ ਕੁਮਹਾਰ ਆਪਣੇ ਚੱਕ ਵਿੱਚ ਘੜੇ ਬਣਾਉਂਦਾ ਹੈ, ਉਹਦੇ ਕੋਲ ਉਦੋਂ ਮੁੱਖ ਰੂਪ ਵਿੱਚ ਜਿਸ ਤੋਂ ਘੜਾ ਬਣਾਇਆ ਜਾਣਾ ਹੈ, ਉਹ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਮਿੱਟੀ ਤੇ ਦੂਜਾ ਪਾਣੀ। ਬਾਕੀ ਜਿਹੜੀਆਂ ਚੀਜ਼ਾਂ ਉਹਦੇ ਕੋਲ ਨੇ ਉਹ ਘੜਾ ਬਣਾਉਣ ਵਿੱਚ ਸਹਾਇਕ ਹਨ, ਪਰ ਘੜਾ ਬਣਨਾ ਹੈ ਮਿੱਟੀ ਅਤੇ ਪਾਣੀ ਤੋਂ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਹ ਉਦਾਹਰਨ ਸਾਡੇ ਸਾਹਮਣੇ ਰੱਖ ਕੇ ਸਾਨੂੰ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਜਿਸ ਤਰ੍ਹਾਂ ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਅਸੀਂ ਪਾਣੀ ਨੂੰ ਜੇ ਕਿਤੇ ਰੋਕ ਕੇ ਰੱਖਣਾ ਹੋਵੇ ਆਪਣੇ ਘਰ ਅੰਦਰ ਪੀਣ ਵਾਸਤੇ, ਤੇ ਸਾਨੂੰ ਇੱਕ ਭਾਂਡਾ ਚਾਹੀਦਾ ਹੈ। ਪੁਰਾਣੇ ਸਮੇਂ ਵਿੱਚ ਮਿੱਟੀ ਦੇ ਬਣੇ ਹੋਏ ਘੜੇ ਹੀ ਆਪਣੇ ਘਰਾਂ ਵਿੱਚ ਹੁੰਦੇ ਸਨ ਪਾਣੀ ਨੂੰ ਰੱਖਣ ਵਾਸਤੇ। ਕੁੰਭੇ ਬੱਧਾ ਜਲ ਰਹਿ, ਘੜੇ ਦਾ ਬੱਝਾ ਹੋਇਆ ਪਾਣੀ ਸਾਡੇ ਪੀਣ ਵਾਸਤੇ ਸਾਡੇ ਘਰ ਵਿੱਚ ਇਕੱਠਾ ਇੱਕੋ ਜਗ੍ਹਾ ਤੇ ਪਿਆ ਰਹਿੰਦਾ ਹੈ। ਜੇਕਰ ਘੜਾ ਨਾ ਹੋਵੇ, ਅਸੀਂ ਪਾਣੀ ਨੂੰ ਇਸ ਤਰ੍ਹਾਂ ਹੀ ਖੁੱਲ੍ਹੇ ਫਰਸ਼ ਤੇ ਰੱਖਣਾ ਹੋਵੇ ਤੇ ਅਸੀਂ ਉਸ ਨੂੰ ਕਦੇ ਨਹੀਂ ਟਿਕਾ ਸਕਦੇ, ਕਦੇ ਨਹੀਂ ਰੱਖ ਸਕਦੇ। ਜਿਵੇਂ ਹੀ ਅਸੀਂ ਪਾਣੀ ਛੱਡਾਂਗੇ, ਪਾਣੀ ਖਿੱਲਰ ਜਾਏਗਾ, ਬਿਖਰ ਜਾਏਗਾ, ਚਾਰ ਸਵੇਰੇ ਦੌੜ ਜਾਏਗਾ, ਜਾਂ ਜਿੱਧਰ ਨੂੰ ਨਿਵਾਣ ਹੋਏਗੀ ਉਧਰ ਨੂੰ ਚਲਾ ਜਾਏਗਾ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਘੜੇ ਦਾ ਬੱਝਾ ਹੋਇਆ ਪਾਣੀ ਸਾਡੀ ਪਿਆਸ ਬੁਝਾਉਣ ਦੇ ਕੰਮ ਆਉਂਦਾ ਹੈ ਤੇ ਉਹ ਰੁਕਿਆ ਰਹਿੰਦਾ ਹੈ ਸਾਡੇ ਵਾਸਤੇ। ਪਰ ਅਗਲੀ ਗੱਲ, ਜਲ ਬਿਨ ਕੁੰਭ ਨਾ ਹੋਏ। ਪਾਣੀ ਤੋਂ ਬਿਨਾਂ ਘੜਾ ਬਣ ਹੀ ਨਹੀਂ ਸਕਦਾ। ਘੜੇ ਦਾ ਰੋਕਿਆ ਹੋਇਆ ਪਾਣੀ ਸਾਡੇ ਪੀਣ ਦੇ ਲਈ ਰੁਕਿਆ ਰਹਿੰਦਾ ਹੈ। ਇਸੇ ਤਰ੍ਹਾਂ
ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗਿਆਨ ਦਾ ਬੱਝਾ ਹੋਇਆ ਸਾਡਾ ਮਨ ਅੰਦਰ ਟਿਕਿਆ ਰਹਿੰਦਾ ਹੈ, ਸ਼ਾਂਤ ਰਹਿੰਦਾ ਹੈ, ਸਹਿਜ ਸੁਭਾਅ ਵਿੱਚ ਰਹਿੰਦਾ ਹੈ। ਗਿਆਨ ਕਾ ਬੱਧਾ, ਮਨੁੱਖ ਨੂੰ ਗਿਆਨ ਨਾ ਹੋਵੇ ਤੇ ਮਨ ਦਾ ਟਿਕਾ ਨਹੀਂ ਹੋ ਸਕਦਾ, ਮਨ ਦਾ ਟਿਕਾ ਬਣ ਹੀ ਨਹੀਂ ਸਕਦਾ, ਕਿਉਂਕਿ ਪਤਾ ਹੀ ਨਹੀਂ ਕਿ ਮਨ ਨੂੰ ਟਿਕਾ ਕੇ ਵੀ ਰੱਖਣਾ ਹੈ। ਮਨ ਇੱਕ ਪਾਰੇ ਦੀ ਤਰ੍ਹਾਂ ਹੈ, ਜਰਾ ਕੁ ਜਿੰਨੀ ਠੰਡ ਲੱਗੇ ਤੇ ਉਹ ਇਕੱਠਾ ਹੋਣ ਦੀ ਕੋਸ਼ਿਸ਼ ਕਰਦਾ, ਇੱਕਦਮ ਥੱਲੇ ਆ ਜਾਂਦਾ ਹੈ। ਜਰਾ ਕੁ ਜਿੰਨਾ ਉਸ ਨੂੰ ਸੇਕ ਦਿਓ, ਮਾੜੀ ਜਿਹੀ ਹੀਟ ਜਾਂ ਗਰਮੀ ਦਿਓ, ਇੱਕਦਮ ਉਹ ਦੌੜਨਾ ਸ਼ੁਰੂ ਹੁੰਦਾ ਤੇ ਉੱਤੇ ਨੂੰ ਚੜ੍ਹਨਾ ਆਰੰਭ ਹੋ ਜਾਂਦਾ ਹੈ। ਸਾਡਾ ਮਨ ਬਿਲਕੁਲ ਪਾਰੇ ਦੇ ਤਰ੍ਹਾਂ ਹੈ। ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਇਹ ਬਚਨ ਲਿਖੇ ਹੋਏ ਨੇ, ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਇਹ ਸਾਡਾ ਮਨ ਪਾਰੇ ਵਾਂਗੂ ਝੱਟ ਵਿੱਚ ਆਕਾਸ਼ ਨੂੰ ਚਲਾ ਜਾਂਦਾ ਹੈ ਤੇ ਅਗਲੇ ਹੀ ਪਲ ਪਤਾਲਾਂ ਵਿੱਚ ਚਲਾ ਜਾਂਦਾ ਹੈ। ਭਾਵ ਕਦੀ ਇਹ ਚੜ੍ਹਦੀ ਕਲਾ ਵਿੱਚ ਹੁੰਦਾ ਹੈ ਤੇ ਕਦੀ ਢਹਿੰਦੀ ਕਲਾ ਵਿੱਚ ਚਲਾ ਜਾਂਦਾ ਹੈ। ਇਸ ਮਨ ਨੂੰ ਰੋਕਣ ਦਾ ਹੋਰ ਕੋਈ ਤਰੀਕਾ, ਹੋਰ ਕੋਈ ਚਾਰਾ, ਹੋਰ ਕੋਈ ਉਪਾਅ ਨਹੀਂ, ਸਿਰਫ ਇਸ ਨੂੰ ਗਿਆਨ ਦੁਆਰਾ ਰੋਕਿਆ ਜਾ ਸਕਦਾ ਹੈ। ਗਿਆਨ ਸਾਨੂੰ ਗੁਰੂ ਤੋਂ ਮਿਲਦਾ ਹੈ। ਗਿਆਨ ਕਾ ਬੱਧਾ ਮਨ ਰਹਿ, ਹੋਰ ਕੋਈ ਉਪਾਅ ਨਹੀਂ। ਅਸੀਂ ਜਿੰਨੇ ਮਰਜ਼ੀ ਰਟਨ ਕਰੀਏ, ਜਿੰਨੇ ਮਰਜ਼ੀ ਧਾਰਮਿਕ ਕਰਮ ਕਾਂਡ ਕਰੀਏ, ਜਿੰਨੇ ਮਰਜ਼ੀ ਤੀਰਥ ਆਦਿਕਾਂ ਉੱਤੇ ਯਾਤਰਾਵਾਂ ਕਰੀਏ ਜਾਂ ਇਤਿਆਦਿਕ ਦੱਸੇ ਹੋਏ ਜਿਹੜੇ ਧਰਮ ਦੇ ਨਾਂ ਹੇਠਾਂ ਅਸੀਂ ਕਰਮ ਕਰਦੇ ਹਾਂ ਕਰੀ ਜਾਈਏ, ਚੰਗੇ ਕਰਮ ਹੋਣਗੇ, ਉਹਨਾਂ ਦਾ ਲਾਭ ਵੀ ਸਾਨੂੰ ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ ਕੁਝ ਹੋਵੇਗਾ, ਪਰ ਉਹ ਮਨ ਨੂੰ ਰੋਕਣ ਵਿੱਚ ਸਹਾਈ ਨਹੀਂ ਹੁੰਦੇ। ਮਨ ਨੂੰ ਖਿਲਾਰ ਦੇਣ ਵਿੱਚ ਉਹ ਸਾਡੀ ਸਹਾਇਤਾ ਨਹੀਂ ਕਰ ਸਕਦੇ। ਜਿਸ ਤਰ੍ਹਾਂ ਪਾਣੀ ਨੂੰ ਰੋਕਣ ਲਈ ਕੋਈ ਬੰਨ ਲਗਾਇਆ ਜਾਂਦਾ ਹੈ, ਕੋਈ ਭਾਂਡਾ ਚਾਹੀਦਾ, ਕੋਈ ਬਰਤਨ ਚਾਹੀਦਾ। ਗੱਲਾਂ ਜਿੰਨੀਆਂ ਮਰਜ਼ੀ ਅਸੀਂ ਮਿੱਠੀਆਂ ਕਰੀਏ ਪਾਣੀ ਨਾਲ, ਪਾਣੀ ਨੂੰ ਆਖੀਏ ਤੈਨੂੰ 1000-2000 ਡਾਲਰ ਵੀ ਦੇ ਦਿਆਂਗੇ, ਪਾਣੀ ਨੂੰ ਆਖੀਏ ਤੇਰੇ ਲਈ ਅਸੀਂ ਕੋਈ ਸੋਨੇ ਦੀ ਚੀਜ਼ ਬਣਾ ਦੇਾਂਗੇ, ਤੇਰੇ ਗਲੇ ਪਾ ਦੇਾਂਗੇ, ਪਰ ਤੂੰ ਰੁਕ ਜਾ, ਐਸਾ ਹੋਣ ਵਾਲਾ ਹੀ ਨਹੀਂ। ਅਸੀਂ ਲੱਖ ਯਤਨ ਕਰ ਲਈਏ, ਪਾਣੀ ਨੂੰ ਕਿਸੇ ਭਾਂਡੇ ਜਾਂ ਕਿਸੇ ਬੰਨ ਲਾਉਣ ਤੋਂ ਬਿਨਾਂ ਅਸੀਂ ਨਹੀਂ ਰੋਕ ਸਕਦੇ। ਇਸੇ ਤਰ੍ਹਾਂ ਮਨ ਨੂੰ ਜਿੰਨਾ ਚਿਰ ਗਿਆਨ ਰੂਪ ਭਾਂਡੇ ਵਿੱਚ ਨਾ ਪਾਇਆ ਜਾਏਗਾ, ਉਨਾ ਚਿਰ ਇਹ ਸਾਡਾ ਮਨ ਵੀ ਰੁਕਣ ਵਾਲਾ ਨਹੀਂ। ਇਹਨੂੰ ਲੱਖ ਯਤਨ ਕਰ ਲਈਏ, ਧਰਮ ਦੇ ਨਾਂ ਹੇਠਾਂ ਕਰਮ ਕਰੀਏ, ਉਹ ਮਨ ਨੂੰ ਰੋਕਣ ਵਿੱਚ ਸਮਰੱਥ ਨਹੀਂ ਹੋ ਸਕਦੇ। ਗਿਆਨ ਕਾ ਬੱਧਾ ਮਨ ਰਹਿ, ਇੱਕੋ ਇੱਕ ਗਿਆਨ ਇਹੋ ਜਿਹੀ ਚੀਜ਼ ਏ ਜਿਹੜੀ ਸਾਡੇ ਮਨ ਨੂੰ ਇੱਕ ਜਗ੍ਹਾ ਤੇ ਟਿਕਾ ਕੇ, ਰੋਕ ਕੇ ਰੱਖ ਸਕਦੀ ਏ। ਤੇ ਉਹ ਗਿਆਨ ਕਿੱਥੋਂ ਆਏਗਾ? ਗੁਰ ਬਿਨ ਗਿਆਨ ਨਾ ਹੋਏ। ਉਹ ਗਿਆਨ ਮਨ ਨੂੰ ਰੋਕਣ ਵਾਲਾ ਗੁਰੂ ਤੋਂ ਬਿਨਾ ਨਹੀਂ ਹੋ ਸਕਦਾ। ਇਸ ਲਈ ਸਾਹਿਬ ਜੀ ਨੇ ਸਾਨੂੰ ਅੱਜ ਦੇ ਇਸ ਪਾਵਨ ਸ਼ਲੋਕ ਵਿੱਚ ਗਿਆਨ ਦੀ ਗੱਲ ਸਮਝਾਈ ਕਿ ਗਿਆਨ ਦੁਆਰਾ ਸਾਡਾ ਮਨ ਰੁਕਦਾ ਹੈ ਤੇ ਗੁਰੂ ਤੋਂ ਬਿਨਾ ਸਾਨੂੰ ਗਿਆਨ ਹਾਸਲ ਨਹੀਂ ਹੁੰਦਾ। ਅਸੀਂ ਪਹਿਲੇ ਪਾਤਸ਼ਾਹ ਦਾ ਸ਼ਬਦ ਵੇਖਦੇ ਹਾਂ, ਜਿਸ ਵਿੱਚ ਆਪ ਜੀ ਬਚਨ ਕਰਦੇ ਨੇ, ਸਤਿਗੁਰੂ ਵਿਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ, ਖਸਮ ਛੋੜ ਦੂਜਾ ਲੱਗੇ, ਡੁੱਬੇ ਸੇ ਵਣਜਾਰਿਆ, ਸਤਿਗੁਰੂ ਹੈ ਬੋਹ ਥਾ, ਵਿਰਲੇ ਕਿਨੈ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੂੰ ਮਿਲਣ ਕਰਕੇ ਮੈਂ ਪਰਮਾਤਮਾ ਆਪਣੇ ਮਾਲਕ ਦੇ ਨਾਮ ਦਾ ਸਿਮਰਨ ਕਰਦਾ ਹਾਂ। ਕਿਉਂਕਿ ਗੁਰੂ ਤੋਂ ਬਿਨਾਂ ਇਹ ਸੋਝੀ ਹੀ ਨਹੀਂ ਆਉਂਦੀ ਕਿ ਸਿਮਰਨ ਵੀ ਕੋਈ ਕਰਨ ਵਾਲੀ ਚੀਜ਼ ਹੈ, ਸਿਮਰਨ ਵੀ ਕਰਨਾ ਚਾਹੀਦਾ ਹੈ ਜਾਂ ਸਾਨੂੰ ਕਰਨਾ ਪੈਣਾ ਹੈ। ਇਹ ਸਾਨੂੰ ਗੁਰੂ ਤੋਂ ਬਿਨਾਂ ਸੋਝੀ ਹੀ ਨਹੀਂ ਆਉਂਦੀ, ਸਾਨੂੰ ਪਤਾ ਹੀ ਨਹੀਂ ਲੱਗਦਾ। ਸਾਡੀ ਸਾਰੀ ਜ਼ਿੰਦਗੀ
ਦੁਨਿਆਵੀ ਕੰਮਾਂ ਵਿੱਚ, ਦੁਨਿਆਵੀ ਧੰਦਿਆਂ ਵਿੱਚ, ਲੈਣ ਦੇਣ ਦੇ ਝੇੜੇ ਵਿੱਚ ਬਤੀਤ ਹੋ ਜਾਂਦੀ ਏ, ਪਰ ਇਹ ਸਮਝ ਹੀ ਨਹੀਂ ਆਉਂਦੀ ਕਿ ਮੇਰੇ ਜੀਵਨ ਦਾ ਮਕਸਦ ਕੀ ਸੀ ਤੇ ਮੈਂ ਕਿਉਂ ਸੰਸਾਰ ਵਿੱਚ ਮੈਨੂੰ ਪੈਦਾ ਕੀਤਾ ਗਿਆ ਹੈ ਤੇ ਕਿਉਂ ਮੈਂ ਸੰਸਾਰ ਵਿੱਚੋਂ ਚਲੇ ਜਾਣਾ ਹੈ। ਇਹ ਦੋਵਾਂ ਚੀਜ਼ਾਂ ਦੀ ਸਮਝ ਹੀ ਨਹੀਂ ਆਉਂਦੀ ਗੁਰੂ ਤੋਂ ਬਿਨਾਂ। ਸਤਿਗੁਰੂ ਵਿਟੋਂ ਵਾਰਿਆ ਜਿਤ ਮਿਲਿਆ, ਮੈਂ ਉਸ ਗੁਰੂ ਤੋਂ ਸਦਕੇ ਜਾਣਾ ਜਿਸ ਨੂੰ ਮਿਲਨ ਕਰਕੇ ਖਸਮ ਸੰਭਾਲਿਆ। ਮੈਂ ਆਪਣੇ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਸਿਮਰਦਾ ਹਾਂ, ਉਸ ਨੂੰ ਸੰਭਾਲਦਾ ਹਾਂ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਜਿਸ ਗੁਰੂ ਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਉਪਦੇਸ਼ ਬਖਸ਼ਿਆ। ਉਪਦੇਸ਼ ਰੂਪੀ ਸੁਰਮਾ, ਅੰਜਨ ਦਾ ਮਤਲਬ ਹੈ ਸੁਰਮਾ, ਅੰਜਨ ਦਾ ਮਤਲਬ ਹੈ ਕਾਲਕ। ਨਿਰਅੰਜਨ ਪ੍ਰਮਾਤਮਾ ਨੂੰ ਆਖਦੇ ਨੇ, ਭਾਵ ਉਹ ਕਾਲਖ ਤੋਂ ਰਹਿਤ, ਮਾਇਆ ਦੇ ਪ੍ਰਭਾਵ ਤੋਂ ਰਹਿਤ ਪ੍ਰਮਾਤਮਾ, ਇਸ ਲਈ ਉਸ ਨੂੰ ਨਿਰਅੰਜਨ ਆਖਿਆ ਜਾਂਦਾ ਹੈ। ਅੰਜਨ ਮੈਨੇ ਕਾਲਖ, ਅੰਜਨ ਮੈਨੇ ਸੁਰਮਾ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਜਿਸ ਮੇਰੇ ਗੁਰੂ ਨੇ ਮੇਰੇ ਤੇ ਦਇਆ ਕਰਕੇ ਮੈਨੂੰ ਗਿਆਨ ਰੂਪ ਸੁਰਮਾ ਦਿੱਤਾ। ਇੰਨੀ ਨੇਤਰੀ ਜਗਤ ਨਿਹਾਲਿਆ। ਸੁਰਮਾ ਦੋ ਕੰਮ ਕਰਦਾ ਹੈ। ਇੱਕ ਕੰਮ ਇਹ ਕਰਦਾ ਹੈ ਕਿ ਜਿਹੜੀਆਂ ਅੱਖਾਂ ਵਿੱਚ ਸੁਰਮਾ ਪਾਇਆ ਹੋਵੇ, ਵੇਖਣ ਵਾਲੇ ਨੂੰ ਉਹ ਅੱਖਾਂ ਸੋਹਣੀਆਂ ਲੱਗਦੀਆਂ ਨੇ, ਇੱਕ ਗੱਲ ਇਹ। ਦੂਜੀ ਗੱਲ ਇਹ ਕਿ ਜਿਸ ਨੇ ਸੁਰਮਾ ਪਾਇਆ ਹੈ ਉਸ ਦੀਆਂ ਅੱਖਾਂ ਸਾਫ਼ ਹੋ ਜਾਂਦੀਆਂ ਤੇ ਉਹਨੂੰ ਦੂਰ ਤੱਕ ਦਿਖਾਈ ਦਿੰਦਾ ਹੈ। ਇਹ ਦੋ ਫਾਇਦੇ ਨੇ, ਦੋ ਲਾਭ ਨੇ ਸੁਰਮੇ ਦੇ। ਇਸ ਲਈ ਗੁਰੂ ਸਾਹਿਬ ਨੇ ਸੁਰਮੇ ਦਾ ਅਲੰਕਾਰ ਜਾਂ ਉਦਾਹਰਨ ਗੁਰੂ ਸਾਹਿਬ ਨੇ ਵਰਤ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਕੋਈ ਮਨੁੱਖ ਆਪਣੀਆਂ ਅੱਖਾਂ ਵਿੱਚ ਸੁਰਮਾ, ਅੱਜ ਕੱਲ੍ਹ ਅਸੀਂ ਉਸ ਨੂੰ ਦਾਰੂ ਵੀ ਆਖਦੇ ਹਾਂ, ਦਵਾਈ ਆਖ ਲਈਏ, ਜਦੋਂ ਕੋਈ ਦਵਾ, ਦਾਰੂ, ਸੁਰਮਾ ਆਪਣੀਆਂ ਅੱਖਾਂ ਵਿੱਚ ਪਾਉਂਦਾ ਹੈ, ਅੱਖਾਂ ਸਾਫ਼ ਹੋ ਜਾਂਦੀਆਂ ਨੇ, ਦੂਰ ਤੱਕ ਦਿਸਣ ਲੱਗ ਪੈਂਦਾ। ਇਸੇ ਤਰ੍ਹਾਂ ਜਿਸ ਮਨੁੱਖ ਦੇ ਮਨ ਰੂਪ ਅੱਖਾਂ ਵਿੱਚ ਗੁਰੂ ਦੇ ਗਿਆਨ ਰੂਪ ਸੁਰਮਾ ਪੈ ਜਾਏ, ਉਸ ਨੂੰ ਵੀ ਦੂਰ ਤੱਕ ਦਿਸਣ ਲੱਗ ਪੈਂਦਾ। ਇਹਨਾਂ ਅੱਖਾਂ ਨਾਲ ਨਹੀਂ, ਮਨ ਦੀਆਂ ਅੱਖਾਂ ਨਾਲ, ਤੀਜੀ ਅੱਖ ਨਾਲ ਦੂਰ ਤੱਕ ਨਜ਼ਰ ਆਉਂਦਾ ਹੈ। ਭਾਵ ਮੇਰੇ ਜੀਵਨ ਦਾ ਮਕਸਦ ਕੀ ਸੀ, ਮੈਂ ਕੀ ਕਰ ਰਿਹਾ ਆਪਣੀ ਜ਼ਿੰਦਗੀ ਵਿੱਚ, ਮੈਨੂੰ ਕਰਨਾ ਕੀ ਚਾਹੀਦਾ ਸੀ, ਮੇਰੇ ਜੀਵਨ ਦਾ ਮਨੋਰਥ ਕੀ ਸੀ। ਇਹ ਸਭ ਕੁਝ ਭਾਵ ਮਨੁੱਖ ਨੂੰ ਦੂਰ ਅੰਦੇਸ਼ੀ ਹਾਸਲ ਹੋ ਜਾਂਦੀ ਏ। ਇੰਨੀ ਨੇਤਰੀ ਜਗਤ ਨਿਹਾਲਿਆ, ਜਗਤ ਦੀ ਅਸਲੀਅਤ ਸਮਝ ਆ ਜਾਂਦੀ ਹੈ ਕਿ ਸੰਸਾਰ ਵਿੱਚ ਸੰਸਾਰ ਦੀ ਅਸਲੀਅਤ ਕੀ ਹੈ। ਔਰ ਜੇ ਅਸਲੀਅਤ ਸਮਝਣੀ ਹੋਵੇ ਤੇ ਸਾਨੂੰ ਬਾਣੀ ਦਾ ਪਾਠ ਆਪ ਕਰਨਾ ਚਾਹੀਦਾ ਹੈ। ਗੁਰਬਾਣੀ ਵਿੱਚ ਜਗ੍ਹਾ ਜਗ੍ਹਾ, ਥਾਂ ਥਾਂ ਤੇ ਗੱਲ ਦੱਸੀ ਹੋਈ ਏ ਕਿ ਇਹ ਜਗਤ ਜੀਵਨ ਥੋੜ ਚਿਰ ਹੈ, ਇਹ ਬਹੁਤ ਲੰਮੇ ਅਰਸੇ ਵਾਸਤੇ ਸਾਨੂੰ ਪ੍ਰਾਪਤ ਹੀ ਨਹੀਂ ਹੋਇਆ। ਇਸ ਥੋੜ ਚਿਰੇ ਜੀਵਨ ਨੂੰ ਅਸੀਂ ਸਫਲ ਕਿਵੇਂ ਬਣਾ ਸਕਦੇ ਹਾਂ, ਗੁਰਬਾਣੀ ਵਿੱਚ ਥਾਂ ਥਾਂ ਤੇ ਸਾਨੂੰ ਸੰਕੇਤ ਕੀਤੇ ਹੋਏ ਨੇ। ਖਸਮ ਛੋੜ ਦੂਜਾ ਲੱਗੇ, ਡੁੱਬੇ ਸੇ ਵਣਜਾਰਿਆ। ਗੁਰੂ ਨੇ ਜਦੋਂ ਮੇਰੀਆਂ ਅੱਖਾਂ ਵਿੱਚ, ਮਨ ਰੂਪ ਅੱਖਾਂ ਵਿੱਚ ਗਿਆਨ ਰੂਪ ਸੁਰਮਾ ਪਾ ਦਿੱਤਾ ਤੇ ਮੈਨੂੰ ਸੰਸਾਰ ਦੀ ਅਸਲੀਅਤ ਸਮਝ ਆ ਗਈ। ਸਮਝ ਕੀ ਆਈ? ਖਸਮ ਛੋੜ ਦੂਜਾ ਲੱਗੇ। ਜਿਹੜੇ ਇੱਕ ਮਾਲਕ ਪਰਮ ਪਿਤਾ ਪਰਮਾਤਮਾ ਨੂੰ ਛੱਡ ਕੇ ਹੋਰ ਦੁਨਿਆਵੀ ਧੰਦਿਆਂ ਵਿੱਚ ਲੱਗੇ ਰਹੇ, ਰੱਬ ਨੂੰ ਉਹਨਾਂ ਨੇ ਵਿਸਾਰੀ ਰੱਖਿਆ ਸਾਰੀ ਜ਼ਿੰਦਗੀ, ਡੁੱਬੇ ਸੇ ਵਣਜਾਰਿਆ। ਉਹ ਇਸ ਭਵਜਲ ਜਗਤ ਦੀਆਂ ਵਿਕਾਰਾਂ ਦੀਆਂ ਵੱਡੀਆਂ ਵੱਡੀਆਂ ਲਹਿਰਾਂ ਤੇ ਘੁੰਮਣ ਘੇਰੀਆਂ ਵਿੱਚ ਆਪਣਾ ਜੀਵਨ ਬਰਬਾਦ ਕਰਕੇ ਚਲੇ ਗਏ। ਸਤਿਗੁਰੂ ਹੈ ਬੋਹਿ ਥਾ। ਸਤਿਗੁਰੂ ਇੱਕ ਬੇੜੀ ਦੀ ਤਰ੍ਹਾਂ ਹੈ, ਇੱਕ ਜਹਾਜ਼ ਦੀ ਤਰ੍ਹਾਂ ਹੈ। ਜਿਹੜੇ ਮਨੁੱਖ ਗੁਰੂ ਦੀ ਚਰਨੀ ਲੱਗਦੇ ਨੇ, ਗੁਰੂ ਦੀ ਬਾਣੀ ਪੜ੍ਹਦੇ ਨੇ, ਗੁਰੂ ਦਾ ਉਪਦੇਸ਼ ਗ੍ਰਹਿਣ ਕਰਦੇ ਨੇ, ਉਹਨਾਂ ਨੂੰ ਇਹ ਸਮਝ ਆ ਜਾਂਦੀ ਏ ਕਿ ਗੁਰੂ ਸੱਚੀ ਮੁੱਚੀ ਸੰਸਾਰ ਸਾਗਰ ਤੋਂ ਪਾਰ ਕਰ ਦੇਣ ਵਾਸਤੇ ਇੱਕ ਜਹਾਜ਼ ਦਾ ਕੰਮ ਕਰਦਾ ਹੈ। ਵਿਰਲਾ ਕਿਨੇ ਵਿਚਾਰਿਆ
ਕਿਸੇ ਵਿਰਲੇ ਨੇ ਇਸ ਗੱਲ ਨੂੰ ਵਿਚਾਰਿਆ ਅਤੇ ਸਮਝਿਆ। ਜਿਸ ਕਿਸੇ ਨੇ ਸਮਝ ਲਿਆ, ਕਰ ਕਿਰਪਾ ਪਾਰ ਉਤਾਰਿਆ, ਉਸ ਨੂੰ ਗੁਰੂ ਨੇ ਕਿਰਪਾ ਕਰਕੇ ਇਸ ਸੰਸਾਰ ਸਾਗਰ ਤੋਂ ਭਵਜਲ ਤੋਂ ਪਾਰ ਕਰ ਦਿੱਤਾ। ਸੋ ਗੱਲ ਹੈ ਗਿਆਨ ਅੰਜਨ ਦੀ, ਗੁਰੂ ਦੇ ਬਖਸ਼ੇ ਹੋਏ ਗਿਆਨ ਦੀ। ਭਗਤ ਨਾਮਦੇਵ ਜੀ ਕੀ ਫਰਮਾ ਰਹੇ ਨੇ? ਆਪ ਜੀ ਫਰਮਾਉਂਦੇ ਨੇ, ਸਫਲ ਜਨਮ ਮੋਕੋ ਗੁਰ ਕੀਨਾ। ਮੇਰੇ ਗੁਰੂ ਨੇ ਮੇਰਾ ਜਨਮ ਸਫਲ ਬਣਾ ਦਿੱਤਾ। ਕਿਵੇਂ ਬਣਾ ਦਿੱਤਾ? ਦੁੱਖ ਵਿਸਾਰ ਸੁਖ ਅੰਤਰ ਲੀਨਾ। ਕਿਉਂਕਿ ਗੁਰੂ ਦੀ ਕਿਰਪਾ ਸਦਕਾ ਹੁਣ ਮੈਂ ਦੁੱਖਾਂ ਨੂੰ ਵਿਸਾਰ ਦਿੱਤਾ ਹੈ। ਹੁਣ ਦੁੱਖ ਮੇਰੇ ਸਰੀਰ ਤੇ, ਮੇਰੇ ਮਨ ਤੇ, ਮੇਰੀ ਆਤਮਿਕਤਾ ਤੇ, ਮੇਰੀ ਮਾਨਸਿਕਤਾ ਤੇ ਕੋਈ ਪ੍ਰਭਾਵ ਨਹੀਂ ਪਾਉਂਦੇ। ਹੁਣ ਮੈਂ ਹਰ ਪ੍ਰਕਾਰ ਦੇ ਸੁੱਖ ਆਪਣੇ ਅੰਦਰ ਵਸਾ ਲਏ ਹਨ। ਕਿਵੇਂ? ਭਾਈ ਨਾਮਦੇਵ ਜੀ ਨੂੰ ਪੁੱਛੀਏ ਵੀ ਇਹ ਕਿਵੇਂ ਹੋ ਗਿਆ? ਤੂੰ ਕਿਸ ਤਰ੍ਹਾਂ ਸਾਰੇ ਸੁੱਖ ਅੰਦਰ ਵਸਾ ਲਏ? ਕਿਸ ਤਰ੍ਹਾਂ ਦੁੱਖਾਂ ਦੀ ਨਿਵਰਤੀ ਹੋ ਗਈ? ਕਿਵੇਂ ਤੇਰਾ ਜਨਮ ਸਫਲ ਹੋ ਗਿਆ? ਤੇ ਭਗਤ ਜੀ ਨੇ ਆਖਿਆ, ਗਿਆਨ ਅੰਜਨ ਮੋਕੋ ਗੁਰ ਦੀਨਾ। ਮੇਰੇ ਗੁਰੂ ਨੇ ਦਇਆ ਕਰਕੇ ਮੈਨੂੰ ਗਿਆਨ ਰੂਪ ਸੁਰਮਾ ਦੇ ਦਿੱਤਾ। ਭਾਵ ਮੈਂ ਆਪਣੇ ਮਨ ਵਿੱਚ ਜਿਹੜਾ ਗੁਰੂ ਨੇ ਗਿਆਨ ਮੈਨੂੰ ਬਖਸ਼ਿਆ, ਉਸ ਨੂੰ ਮੈਂ ਵਸਾ ਲਿਆ। ਤੇ ਉਹ ਗਿਆਨ ਕੀ ਏ? ਰਾਮ ਨਾਮ ਬਿਨ ਜੀਵਨ ਮਨ ਹੀਨਾ। ਮੈਨੂੰ ਸਮਝ ਆ ਗਈ ਤੇ ਆਪਣੇ ਮਨ ਨੂੰ ਮੈਂ ਇਸ ਤਰ੍ਹਾਂ ਸੰਬੋਧਨ ਕੀਤਾ, ਐ ਮੇਰੇ ਮਨਾ, ਪਰਮਾਤਮਾ ਦੇ ਨਾਮ ਤੋਂ ਬਿਨਾ ਜਿਹੜਾ ਸਾਡਾ ਮਨੁੱਖਾ ਜੀਵਨ ਹੈ ਇਹ ਵਿਅਰਥ ਹੈ। ਇਹ ਗੱਲ ਮੇਰੇ ਗੁਰੂ ਨੇ ਮੈਨੂੰ ਸਮਝਾ ਦਿੱਤੀ। ਤੇ ਇਹ ਗੱਲ ਜਦੋਂ ਮੈਂ ਅੰਦਰ ਵਸਾ ਲਈ, ਆਪਣੇ ਗੁਰੂ ਦਾ ਗਿਆਨ ਜਦੋਂ ਹਿਰਦੇ ਵਿੱਚ ਟਿਕਾ ਲਿਆ, ਤੇ ਮੇਰਾ ਜੀਵਨ ਸਫਲ ਹੋ ਗਿਆ। ਦੁੱਖਾਂ ਦੀ ਨਿਵਰਤੀ ਹੋ ਗਈ ਤੇ ਸੁੱਖਾਂ ਦੀ ਪ੍ਰਾਪਤੀ ਹੋ ਗਈ। ਨਾਮ ਦੇ ਸਿਮਰਨ ਕਰ ਜਾਨਾ, ਜਗ ਜੀਵਨ ਸਿਉ ਜੀਓ ਸਮਾਨਾ। ਜਦੋਂ ਗੁਰੂ ਦੀ ਸਿੱਖਿਆ ਪਾ ਕੇ ਨਾਮਦੇਵ ਨੇ ਸਿਮਰਨ ਕੀਤਾ, ਪ੍ਰਭੂ ਦੀ ਬੰਦਗੀ ਕੀਤੀ, ਤੇ ਜਗਤ ਦੇ ਜੀਵਨ ਵਾਹਿਗੁਰੂ ਜੀ ਦੇ ਨਾਲ ਉਹਦਾ ਮਨ ਸਮਾ ਗਿਆ, ਇੱਕ ਮਿਕ ਹੋ ਗਿਆ। ਸੋ ਸਾਨੂੰ ਕਿੰਨਾ ਸੋਹਣਾ ਤਰੀਕਾ ਦਰਸਾਇਆ ਗਿਆ ਗੁਰਬਾਣੀ ਵਿੱਚ। ਸਾਡੀ ਭਟਕਣਾ ਨੂੰ ਖਤਮ ਕਰ ਦਿੱਤਾ ਗਿਆ ਹੈ। ਸਾਨੂੰ ਹੁਣ ਭਟਕਣ ਦੀ ਜ਼ਰੂਰਤ ਨਹੀਂ। ਹਾਂ, ਸਾਨੂੰ ਸਤ ਸੰਗਤ ਕਰਨ ਦੀ ਜ਼ਰੂਰਤ ਹੈ। ਕੋਈ ਮਹਾਂਪੁਰਸ਼ ਮਿਲੇ, ਕੋਈ ਗਿਆਨਵਾਨ ਸੱਜਣ ਮਿਲੇ, ਉਸ ਦੀ ਸੰਗਤ ਸਾਨੂੰ ਕਰਨੀ ਬਣਦੀ ਏ। ਕਿਉਂਕਿ ਸੰਗਤ ਵਿੱਚੋਂ ਹੀ ਸਾਨੂੰ ਆਹ ਚੀਜ਼ਾਂ ਮਿਲਦੀਆਂ ਨੇ। ਸੰਗਤ ਵਿੱਚ ਨਹੀਂ ਆਵਾਂਗੇ ਤੇ ਕਿਵੇਂ, ਕੌਣ ਸਾਨੂੰ ਭਗਤ ਨਾਮਦੇਵ ਜੀ ਦਾ ਸ਼ਬਦ ਕੱਢ ਕੇ ਸਮਝਾ ਦੇਵੇਗਾ? ਆਪਣੇ ਆਪ ਤੇ ਆਪਣੇ 'ਚ ਹਿੰਮਤ ਨਹੀਂ। ਕਿਉਂਕਿ ਆਪਣਾ ਇੱਕ ਰਿਵਾਜ ਬਣ ਗਿਆ ਹੈ ਕਿ ਆਪਾਂ ਪੈਸੇ ਦੇ ਕੇ ਪਾਠ ਕਰਵਾ ਸਕਦੇ ਹਾਂ। ਫਿਰ ਸਾਨੂੰ ਕੀ ਲੋੜ ਏ ਸਾਲ ਭਰ ਲੱਗੇ ਰਹੀਏ ਤੇ ਇੱਕ ਪਾਠ ਹੋਵੇ? 3 ਦਿਨਾਂ ਵਿੱਚ 48 ਘੰਟਿਆਂ 'ਚ ਇੰਨੇ ਕਿਤੇ ਪੈਸੇ ਲੱਗਦੇ ਨੇ, ਦਿਓ ਤੇ ਪਾਠ ਕਰਾ ਲਓ, ਗੱਲ ਮੁੱਕ ਗਈ। ਪਰ ਉਸ ਪਾਠ ਦੇ ਨਾਲ ਸਮਝ ਲੈਣਾ ਸਾਡੇ ਪੱਲੇ ਕੱਖ ਨਹੀਂ ਗਾ ਪੈਣ ਵਾਲਾ। ਸੱਚਾਈ ਇਹੋ ਹੀ ਏ। ਉੰਝ ਸਾਡੇ ਮਨ ਨੂੰ ਇੱਕ ਤਸੱਲੀ ਜ਼ਰੂਰ ਮਿਲਦੀ ਹੈ ਕਿ ਮੈਂ ਕੁਛ ਕਰ ਲਿਆ ਜਾਂ ਮੈਂ ਕੁਛ ਕਰਵਾ ਲਿਆ। ਇਹ ਤਸੱਲੀ ਮਿਲਦੀ ਏ, ਪਰ ਇਹਦੇ ਨਾਲ ਮਸਲਾ ਹੱਲ ਨਹੀਂ ਹੁੰਦਾ। ਜਿੰਨਾ ਮਰਜ਼ੀ ਵੱਡਾ ਸਾਨੂੰ ਵਿਸ਼ਵਾਸ ਹੋ ਜਾਏ ਕਿ ਮੈਂ ਕੁਝ ਕਰ ਲਿਆ ਜਾਂ ਮੈਂ ਕੁਝ ਕਰਵਾ ਲਿਆ, ਉਹਦੇ ਨਾਲ ਗੱਲ ਬਣਨ ਵਾਲੀ ਨਹੀਂ। ਪਿਆਸ ਲੱਗੀ ਹੋਵੇ ਕਿਸੇ ਮਨੁੱਖ ਨੂੰ, ਭੁੱਖ ਲੱਗੀ ਹੋਵੇ ਕਿਸੇ ਮਨੁੱਖ ਨੂੰ, ਕਿਸੇ ਬੱਚੇ ਨੂੰ, ਤੇ ਉਹਦੀ ਮਾਂ ਉਹਨੂੰ ਕਾਲ ਕਰੇ ਤੇ ਆਖੇ, ਪੁੱਤਰ ਕਿਚਨ ਵਿੱਚ ਮੈਂ ਤੇਰੇ ਲਈ ਪ੍ਰਸ਼ਾਦਾ ਬਣਾ ਕੇ ਰੱਖਿਆ ਤੇ ਉੱਠ ਕੇ ਚਲਾ ਜਾ ਕਿਚਨ ਵਿੱਚ ਤੇ ਗਰਮ ਕਰਕੇ ਖਾ ਲਾ। ਤੇ ਬੱਚਾ ਆਖੇ, ਮਾਂ ਮੈਨੂੰ ਤੇਰੇ ਤੇ 100% ਵਿਸ਼ਵਾਸ ਹੈ ਕਿ ਤੂੰ ਸੱਚ ਬੋਲ ਰਹੀ ਹੈ। ਕੀ ਉਹਦੀ ਭੁੱਖ ਮਿਟ ਜਾਏਗੀ? ਕੀ ਉਹਦੀ ਪਿਆਸ ਚਲੀ ਜਾਏਗੀ? ਮਾਂ ਉੱਤੇ ਵਿਸ਼ਵਾਸ ਹੈ, ਉਹਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੀ ਮਾਂ ਝੂਠ ਨਹੀਂ ਬੋਲ ਰਹੀ, ਮੇਰੀ ਮਾਂ ਬਿਲਕੁਲ ਸੱਚ ਕਹਿ ਰਹੀ ਏ। ਉਹ ਕਿਚਨ ਵਿੱਚ ਪ੍ਰਸ਼ਾਦਾ ਰੱਖ ਕੇ ਗਈ, ਉੱਥੇ ਪਾਣੀ ਵੀ ਪਿਆ, ਹਰ ਚੀਜ਼ ਤਿਆਰ ਪਈ ਏ। ਮੈਨੂੰ ਮਾਂ ਉੱਤੇ ਪੂਰਾ ਭਰੋਸਾ ਏ। ਮਾਂ ਦੇ ਇੱਕ ਇੱਕ ਲਫ਼ਜ਼ ਉੱਤੇ ਮੈਂ ਕੁਰਬਾਨ ਜਾਂਦਾ ਹਾਂ। ਪਰ ਕੀ ਭੁੱਖ ਮਿਟ ਜਾਏਗੀ?
ਭੁੱਖ ਨਹੀਂ ਮਿਟੇਗੀ ਜਿੰਨਾ ਚਿਰ ਬੱਚਾ ਉੱਠ ਕੇ ਕਿਚਨ ਵਿੱਚ ਨਹੀਂ ਜਾਏਗਾ, ਪ੍ਰਸ਼ਾਦਾ ਗਰਮ ਨਹੀਂ ਕਰੇਗਾ, ਉਹਨੂੰ ਠੀਕ ਢੰਗ ਨਾਲ ਬੈਠ ਕੇ ਖਾ ਨਹੀਂ ਲਵੇਗਾ। ਉਹ ਪ੍ਰਸ਼ਾਦਾ ਫਿਰ ਹਜ਼ਮ ਹੋਣਾ ਚਾਹੀਦਾ ਹੈ, ਫਿਰ ਭੁੱਖ ਮਿਟਣੀ ਹੈ। ਉਸ ਤਰ੍ਹਾਂ ਕੋਈ ਭੁੱਖ ਤੇ ਕੋਈ ਪਿਆਸ ਮਿਟਣ ਵਾਲੀ ਨਹੀਂ। ਲੱਖ ਮਾਂ ਉੱਤੇ ਵਿਸ਼ਵਾਸ ਕਰਕੇ ਬੈਠੇ ਰਹੋ। ਗੁਰੂ ਸਾਡੀ ਮਾਂ ਵੀ ਹੈ, ਸਾਡਾ ਪਿਓ ਵੀ ਹੈ। ਇਹਦੇ ਉੱਤੇ ਜਿੰਨਾ ਮਰਜ਼ੀ ਵਿਸ਼ਵਾਸ ਕਰ ਲਓ, ਪਰ ਸੱਚਾਈ ਤੋਂ ਅਸੀਂ ਦੂਰ ਹੀ ਰਵਾਂਗੇ ਜਿੰਨਾ ਚਿਰ ਗੁਰੂ ਦੇ ਬਚਨਾਂ ਤੇ ਅਮਲ ਨਹੀਂ ਕਰਦੇ। ਉਹ ਹਰ ਹਾਲਤ ਵਿੱਚ ਜ਼ਰੂਰੀ ਹੈ। ਉਹ ਮੇਰੇ ਲਈ ਵੀ ਜ਼ਰੂਰੀ ਹੈ ਤੇ ਤੁਹਾਡੇ ਲਈ ਵੀ ਜ਼ਰੂਰੀ ਹੈ। ਹਰ ਇਨਸਾਨ ਲਈ ਜ਼ਰੂਰੀ ਹੈ। ਵਿਸ਼ਵਾਸ ਕਰੋ ਜਾਂ ਨਾ ਕਰੋ ਮਾਂ ਉੱਤੇ, ਪਰ ਉੱਠ ਕੇ ਕਿਚਨ ਵਿੱਚ ਚਲੇ ਜਾਓ ਤੇ ਜਾ ਕੇ ਭੋਜਨ ਖੋਲ ਕੇ ਛਕ ਲਓ, ਭੁੱਖ ਤਾਂ ਵੀ ਮਿਟੇਗੀ। ਵਿਸ਼ਵਾਸ ਕੀਤਾ ਹੈ ਜਾਂ ਨਹੀਂ ਕੀਤਾ। ਜ਼ਰੂਰੀ ਨਹੀਂ ਗੁਰੂ ਉੱਤੇ ਇਸ ਤਰ੍ਹਾਂ ਦੇ ਝੂਠੇ ਵਿਸ਼ਵਾਸ ਬਣਾ ਕੇ ਬੈਠੇ ਰਹੋ। ਗੱਲ ਸਿਰਫ ਇੰਨੀ ਹੈ, ਵਿਸ਼ਵਾਸ ਕਰੋ ਨਹੀਂ ਕਰੋ, ਜੋ ਗੁਰੂ ਨੇ ਆਖਿਆ ਉਹ ਕਰੋ। ਕਰੋਗੇ, ਅਗਿਆਨਤਾ ਦਾ ਹਨੇਰਾ ਦੂਰ ਹੋਏਗਾ, ਭੁੱਖ ਤੇ ਪਿਆਸ ਮਿਟ ਜਾਏਗੀ, ਦੁੱਖ ਦੂਰ ਹੋ ਜਾਣਗੇ, ਸੁੱਖ ਤੇ ਸ਼ਾਂਤੀ ਅੰਦਰ ਆ ਜਾਏਗੀ। ਜੇ ਇਹ ਕੰਮ ਨਾ ਕੀਤਾ, ਲੱਖ ਵਿਸ਼ਵਾਸ ਕਰਕੇ ਬੈਠੇ ਰਹੀਏ, ਕੁਛ ਨਹੀਂ ਬਣਨ ਵਾਲਾ। ਇਹ ਗੁਰਬਾਣੀ ਵਿੱਚ ਸਾਫ਼ ਸਾਨੂੰ ਸਮਝਾਇਆ ਗਿਆ। ਜਿਹੜੇ ਲੋਕ ਸਾਨੂੰ ਭੰਬਲ ਭੂਸਿਆਂ ਵਿੱਚ ਪਾਉਂਦੇ ਨੇ, ਉਹ ਕੇਵਲ ਤੇ ਕੇਵਲ 4 ਟਕਿਆਂ ਦੇ ਵਣਜਾਰੇ ਹੁੰਦੇ ਨੇ। ਉਹ ਤੁਹਾਨੂੰ ਸਾਨੂੰ ਇਹੋ ਜੀਆਂ ਪੋਲੀਆਂ ਗੱਲਾਂ ਕਰਕੇ ਸੁਣਾ ਜਾਂਦੇ ਨੇ। ਉਹ ਸਾਨੂੰ ਮਿੱਠੇ ਵੀ ਲੱਗਦੇ ਨੇ, ਸਾਨੂੰ ਚੰਗੇ ਵੀ ਲੱਗਦੇ ਨੇ, ਸਾਡਾ ਜੀ ਵੀ ਕਰਦਾ ਉਹਨਾਂ ਨੂੰ 4 ਦਮੜੇ ਵੀ ਦਈਏ। ਇਹ ਸਭ ਕੁਝ ਬਹੁਤ ਚੰਗਾ ਏ, ਪਰ ਹੋਣ ਵਾਲਾ ਕੁਝ ਨਹੀਂ। ਇਸ ਭੁਲੇਖੇ 'ਚ ਨਾ ਰਹਿਣਾ। ਇਹ ਸੰਗਤ ਸਾਡੇ ਭੁਲੇਖੇ ਦੂਰ ਕਰਨ ਵਾਸਤੇ ਹੀ ਗੁਰੂ ਨਾਨਕ ਸਾਹਿਬ ਨੇ ਬਣਾਈ ਹੈ। ਜੇ ਇਹ ਸੰਗਤ ਵਿੱਚ ਆ ਕੇ, ਗੁਰੂ ਦੀ ਸੰਗਤ ਵਿੱਚ ਆ ਕੇ ਭੁਲੇਖੇ ਨਾ ਦੂਰ ਹੋਏ ਤੇ ਫਿਰ ਕਿਤੇ ਵੀ ਨਹੀਂ ਹੋਣੇ। ਫਿਰ ਅਸੀਂ ਆਪਣਾ ਜੀਵਨ ਬਰਬਾਦੀ ਦੇ ਰਸਤੇ ਉੱਤੇ ਲਗਾਇਆ ਹੋਵੇਗਾ। ਅਗਲੀ ਗੱਲ, ਅੰਜਨ ਦੇ ਸਭੈ ਕੋਈ। ਇਹ ਭਗਤ ਕਬੀਰ ਸਾਹਿਬ ਨੇ, ਉਹਨਾਂ ਦਾ ਬਚਨ ਵੀ ਸੁਣ ਕੇ ਹੀ ਜਾਇਓ। ਅੰਜਨ ਦੇ ਸਭੈ ਕੋਈ, ਇੱਕ ਪੰਜਾਬੀ ਦਾ ਮੁਹਾਵਰਾ ਏ। ਸੁਰਮਾ ਪਾ ਤੇ ਸਾਰੇ ਹੀ ਲੈਂਦੇ ਨੇ, ਪਰ ਟਮਕਾਉਣਾ ਕਿਸੇ ਕਿਸੇ ਨੂੰ ਹੀ ਆਉਂਦਾ ਹੈ। ਭਗਤ ਕਬੀਰ ਸਾਹਿਬ ਉਹ ਬਚਨ ਕਹਿ ਰਹੇ ਨੇ, ਅੰਜਨ ਦੇ ਸਭੈ ਕੋਈ, ਟੁਕ ਚਾਹਨ ਮਾਹੇ ਬਿਡਾਨ। ਸੁਰਮਾ ਤੇ ਸਾਰੇ ਹੀ ਪਾ ਲੈਂਦੇ ਨੇ, ਸਮਝਦਾ ਕੋਈ ਕੋਈ ਹੈ ਕਿ ਪਾਇਆ ਕਿਉਂ ਏ, ਇਹਦਾ ਮਤਲਬ ਕੀ ਏ ਪਾਉਣ ਦਾ। ਗਿਆਨ ਤੇ ਸਾਰੇ ਹੀ ਸੁਣ ਜਾਂਦੇ ਨੇ, ਗਿਆਨ ਤੇ ਸਾਰੇ ਹੀ ਸੁਣਾ ਜਾਂਦੇ ਨੇ ਅਰਥ ਪੜ੍ਹ ਕੇ ਕਿਤੋਂ ਨਾ ਕਿਤੋਂ, ਪਰ ਅਸਲੀਅਤ ਤੱਕ ਜਾਣਾ, ਗਹਿਰਾਈ ਤੱਕ ਪਹੁੰਚਣਾ, ਇਹ ਕਿਸੇ ਵਿਰਲੇ ਦੇ ਹਿੱਸੇ ਆਇਆ। ਗਿਆਨ ਅੰਜਨ ਜਿਹੇ ਪਾਇਆ। ਇਹ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਜਿਸ ਕਿਸੇ ਮਨੁੱਖ ਨੇ ਗਿਆਨ ਰੂਪ ਸੁਰਮਾ ਆਪਣੀਆਂ ਅੱਖਾਂ ਵਿੱਚ ਪਾ ਲਿਆ ਤੇ ਲੋਇਨ ਪਰਵਾਨ। ਕੇਵਲ ਅੱਖਾਂ ਵਿੱਚ ਸੁਰਮਾ ਪਾ ਕੇ ਉਹਨੂੰ ਟਮਕਾਉਂਦੇ ਫਿਰੀਏ, ਅੱਖਾਂ ਪਰਵਾਨ ਨਹੀਂ ਹੁੰਦੀਆਂ। ਅੱਖਾਂ ਪਰਵਾਨ ਉਦੋਂ ਹੁੰਦੀਆਂ ਨੇ ਜਦੋਂ ਮਨੁੱਖ ਦੇ ਮਨ ਵਿੱਚ ਗਿਆਨ ਦ੍ਰਿੜ ਹੋ ਜਾਏ, ਗਿਆਨ ਪੱਕਾ ਹੋ ਜਾਏ। ਤੇ ਪੱਕਾ ਇਵੇਂ ਦਾ ਹੋਏ ਕਿ 2 ਤੇ 2 4 ਹੀ ਹੁੰਦੇ ਨੇ। ਦੁਨੀਆ ਦਾ ਕੋਈ ਮਨੁੱਖ ਮੈਨੂੰ ਆ ਕੇ ਪਿਆ ਆਖੇ 2 ਤੇ 2 5 ਹੁੰਦੇ ਨੇ ਜਾਂ 2 ਤੇ 2 3 ਹੁੰਦੇ ਨੇ, ਨਹੀਂ ਹੋ ਸਕਦੇ। ਪੌਣੇ 4 ਵੀ ਨਹੀਂ ਹੋ ਸਕਦੇ, 4.25 ਵੀ ਨਹੀਂ ਹੋ ਸਕਦੇ। ਥੋੜੇ ਤੋਂ ਥੋੜਾ ਵੀ ਫਰਕ ਨਹੀਂ ਪਾਇਆ ਜਾ ਸਕਦਾ। ਇਹ 4 ਹੀ ਹੁੰਦੇ ਨੇ। ਉਦੋਂ ਗੱਲ ਬਣਨੀ ਹੈ ਜਦੋਂ ਇਹ ਗੱਲ ਸਮਝ ਆ ਗਈ ਕਿ ਜੋ ਮੇਰੇ ਗੁਰੂ ਨੇ ਆਖਿਆ ਉਹ ਸੱਤ ਹੈ, ਉਹ 3 ਕਾਲ ਸੱਤ ਹੈ ਤੇ ਇਹਦੇ ਉੱਤੇ ਹੀ ਮੈਂ ਕੰਮ ਕਰਨਾ ਹੈ। ਇਹ ਹੀ ਮੇਰੇ ਜੀਵਨ ਦਾ ਆਸਰਾ ਜਾਂ ਸਹਾਰਾ ਹੈ। ਫਿਰ ਸਾਡੀ ਗੱਲ ਬਣ ਜਾਏਗੀ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕੀ ਸਮਝਾਉਂਦੇ ਨੇ? ਗਿਆਨ ਅੰਜਨ, ਇਹ ਗਿਆਨ ਰੂਪ ਸੁਰਮਾ ਗੁਰ ਦੀਆ ਮੇਰੇ ਗੁਰੂ ਨੇ ਮੈਨੂੰ ਦਿੱਤਾ। ਉਹਦੇ ਨਾਲ ਹੋਇਆ ਕਿ ਅਗਿਆਨ ਅੰਧੇਰ ਵਿਨਾਸ਼, ਜਿਹੜਾ ਮੇਰੇ ਅੰਦਰ ਵਹਿਮਾਂ ਭਰਮਾਂ ਅਗਿਆਨਤਾ ਰੂਪੀ ਹਨੇਰਾ ਇਕੱਠਾ ਹੋਇਆ ਸੀ, ਉਹ ਵਿਨਸ ਗਿਆ, ਉਸ ਦਾ ਵਿਨਾਸ਼ ਹੋ ਗਿਆ।
ਹਰ ਕਿਰਪਾ ਤੇ ਸੰਤ ਭੇਟਿਆ। ਉਤਲੀ ਲਾਈਨ ਵਿੱਚ ਸ਼ਬਦ ਗੁਰ ਹੈ, ਥੱਲੜੀ ਲਾਈਨ ਵਿੱਚ ਸ਼ਬਦ ਸੰਤ ਹੈ। ਇੱਥੇ ਗੁਰ ਅਤੇ ਸੰਤ ਇਹ ਦੋਵੇਂ ਸਮ ਆਰਥਿਕ ਸ਼ਬਦ ਨੇ। ਸੰਤ ਦਾ ਅਰਥ ਹੈ ਗੁਰੂ, ਗੁਰੂ ਦਾ ਅਰਥ ਹੈ ਸੰਤ, ਇਸ ਜਗ੍ਹਾ ਤੇ ਇਸ ਸ਼ਲੋਕ ਵਿੱਚ। ਸੋ ਹਰ ਕਿਰਪਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ ਗੁਰੂ ਮਿਲਦਾ ਹੈ, ਮੈਨੂੰ ਗੁਰੂ ਰੂਪ ਸੰਤ ਮਿਲਦਾ ਹੈ ਜਾਂ ਮਿਲਿਆ ਹੈ। ਨਾਨਕ ਮਨ ਪ੍ਰਗਾਸ ਤੇ ਗੁਰੂ ਦੇ ਗਿਆਨ ਦੁਆਰਾ ਮਨ ਵਿੱਚ ਪ੍ਰਕਾਸ਼ ਹੋਇਆ ਹੈ। ਇਸੇ ਲਈ ਗੁਰੂ ਸਾਹਿਬ ਨੇ ਆਖਿਆ ਗੁਰਬਾਣੀ ਅੰਦਰ, ਜੇ 100 ਚੰਦਾ ਉਗਵੇ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾ ਅਗਿਆਨਤਾ ਦਾ ਹਨੇਰਾ ਸਾਡੇ ਮਨ ਵਿੱਚ ਕਿਤੇ ਨਾ ਕਿਤੇ ਟਿਕਿਆ ਰਹਿੰਦਾ ਹੈ। ਸਾਡੇ ਮਨ ਵਿੱਚ ਪੂਰਨ ਤੌਰ ਤੇ ਪ੍ਰਕਾਸ਼ ਜਾਂ ਖਿੜਾਓ ਨਹੀਂ ਆਉਂਦਾ। ਇਸ ਲਈ ਸਾਨੂੰ ਆਪਣੇ ਜੀਵਨ ਵਿੱਚ ਗੁਰੂ ਦੀ ਜ਼ਰੂਰਤ ਹੈ। ਇਹ ਗੁਰੂ ਦੀ ਮਹਾਨਤਾ ਜਾਂ ਗੁਰੂ ਦੀ ਮਹੱਤਤਾ ਹੈ ਕਿ ਗੁਰੂ ਸਾਡੇ ਮਨ ਵਿੱਚੋਂ ਅਗਿਆਨਤਾ ਦਾ ਹਨੇਰਾ ਕੱਢਦਾ ਹੈ ਤੇ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਜਦੋਂ ਫਿਰ ਅਸੀਂ ਗਿਆਨ ਦੇ ਪ੍ਰਕਾਸ਼ ਵਿੱਚ ਤੁਰਦੇ ਹਾਂ, ਫਿਰ ਸਾਨੂੰ ਵਿਕਾਰਾਂ ਦੇ ਠੇਡੇ ਤੇ ਠੋਕਰਾਂ ਨਹੀਂ ਖਾਣੀਆਂ ਪੈਂਦੀਆਂ, ਕਿਉਂਕਿ ਹੁਣ ਸਾਡੇ ਕੋਲ ਪ੍ਰਕਾਸ਼ ਹੈ। ਹਨੇਰੇ ਵਿੱਚ ਬਹੁਤ ਚਾਂਸਸ ਹੁੰਦੇ ਨੇ, ਅਸੀਂ ਡਿੱਗ ਵੀ ਸਕਦੇ ਹਾਂ, ਅਸੀਂ ਰਸਤਾ ਭੁੱਲ ਵੀ ਸਕਦੇ ਹਾਂ, ਅਸੀਂ ਭਟਕ ਵੀ ਸਕਦੇ ਹਾਂ। ਪਰ ਪ੍ਰਕਾਸ਼ ਵਿੱਚ ਇਹ ਸਾਰੇ ਚਾਂਸ ਖਤਮ ਹੋ ਜਾਂਦੇ ਨੇ। ਮਨੁੱਖ ਫਿਰ ਇੱਕ ਸਿੱਧੇ ਰਸਤੇ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾ ਸਕਦਾ ਹੈ। ਇੰਨੇ ਕੁ ਸ਼ਬਦ ਅੱਜ ਆਪ ਜੀ ਨੇ ਪ੍ਰਵਾਨ ਕਰਨਾ। ਆਉਣ ਵਾਲੇ ਸਮੇਂ ਵਿੱਚ ਆਪਾਂ ਇਹ 23 ਨੰਬਰ ਅਸ਼ਟਪਦੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਜਿਹਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਸੰਤ ਗੁਰੂ ਦੀ ਮਹਾਨਤਾ ਤੇ ਸਾਡੇ ਜੀਵਨ ਵਿੱਚ ਗੁਰੂ ਦਾ ਕੀ ਰੋਲ ਹੈ ਉਹ ਸਮਝਾਇਆ ਹੋਇਆ ਆਪਾਂ ਸਮਝਾਂਗੇ। ਅੱਜ ਇੰਨੇ ਕੁ ਸ਼ਬਦ ਪ੍ਰਵਾਨ ਕਰਨਾ ਜੀ। ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।